ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ SK ਸਟੱਡੀ ਪੁਆਇੰਟਸ ਦੇ ਉੱਪਰ। ਅੱਜ ਆਪਾਂ ਗੱਲ ਕਰਾਂਗੇ ਜੈਨ ਧਰਮ ਤੇ ਬੌਧ ਧਰਮ ਦੇ ਬਾਰੇ ਵਿੱਚ, ਤੇ ਇਹਦੇ ਵਿੱਚ ਆਪਾਂ ਦੇਖਾਂਗੇ ਸਭ ਤੋਂ ਪਹਿਲਾਂ ਜੈਨ ਧਰਮ ਦੇ ਬਾਰੇ ਵਿੱਚ। ਤੇ ਜੈਨ ਧਰਮ ਜੋ ਹੈਗਾ ਏ ਉਹ ਭਾਰਤ ਦਾ ਪ੍ਰਾਚੀਨ ਪਲੱਸ ਤੰਤਰ ਤੇ ਪਲੱਸ ਵਿਗਿਆਨਿਕ ਧਰਮ ਜਿਹੜਾ ਹੈਗਾ ਏ। ਤੇ ਇਹਦੇ ਵਿੱਚ ਕੁੱਲ ਜਿਹੜੇ ਨੇ ਉਹ 24 ਤੀਰਥੰਕਰ ਹੋਏ ਨੇ। ਤੇ ਜਿਹੜੇ ਪਹਿਲੇ ਤੀਰਥੰਕਰ ਨੇ ਜੈਨਿਜ਼ਮ ਦੇ, ਉਹ ਭਗਵਾਨ ਸ਼ਿਵ ਦੇਵ ਹੈਗੇ ਨੇ। ਤੇ ਇਹ ਜਿਹੜਾ ਹਿੰਦੂਇਜ਼ਮ ਨਾਲ ਸੰਬੰਧਿਤ ਜਿਹੜੇ ਭਗਵਾਨ ਸ਼ਿਵ ਹੈਗੇ ਨੇ ਉਹਨਾਂ ਦੇ ਜਿਹੜੇ ਸਮਕਾਲੀਨ ਹੈਗੇ ਨੇ। ਤੇ ਇਹਨਾਂ ਦਾ ਜਿਹੜਾ ਪ੍ਰਤੀਕ ਚਿੰਨ੍ਹ ਦੀ ਗੱਲ ਕਰੀਏ ਤਾਂ ਉਹ ਬੈਲ ਹੈਗਾ ਹੈ। ਤੇ ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਜਿਹੜੇ ਇਹ ਤੀਰਥੰਕਰ ਸ਼ਬਦ ਇਹਨਾਂ ਦੇ ਲਈ ਪ੍ਰਯੋਗ ਕੀਤਾ ਜਾਂਦਾ ਹੈ। ਜੈਨ ਧਰਮ ਦੇ ਜਿੰਨੇ ਵੀ ਪ੍ਰਚਾਰਕ ਹੋਏ ਨੇ, ਜਾਂ ਆਪਾਂ ਗੱਲ ਕਰੀਏ ਜਿਹੜੇ ਵੀ ਜਿੰਨੇ ਵੀ ਗੁਰੂ ਹੋਏ ਨੇ ਉਸ ਜੈਨਿਜ਼ਮ ਦੇ, ਉਹਨਾਂ ਨੂੰ ਤੀਰਥੰਕਰ ਬੋਲਿਆ ਜਾਂਦਾ ਹੈਗਾ। ਤੇ ਇਹਦੇ ਵਿੱਚ ਜਿਹੜੇ ਕੁੱਲ 24 ਤੀਰਥੰਕਰ ਨੇ। ਤੇ ਪਹਿਲੇ ਤੀਰਥੰਕਰ ਦੀ ਆਪਾਂ ਗੱਲ ਕੀਤੀ ਹੈ ਕਿ ਭਗਵਾਨ ਰਿਸ਼ਭਦੇਵ ਜਿਹੜੇ ਹੈਗੇ ਨੇ। ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਜਿਹੜੇ 23ਵੇਂ ਤੀਰਥੰਕਰ ਨੇ ਉਹ ਹੈਗੇ ਨੇ ਪਾਰਸ਼ਵਨਾਥ। ਤੇ ਇਹਨਾਂ ਦਾ ਪ੍ਰਤੀਕ ਚਿੰਨ੍ਹ ਦੀ ਗੱਲ ਕਰੀਏ ਤਾਂ ਉਹ ਹੈਗਾ ਏ ਸੱਪ। ਤੇ ਇਸ ਦੇ ਬਾਅਦ ਆਪਾਂ ਦੇਖਾਂਗੇ ਭਗਵਾਨ ਮਹਾਵੀਰ ਸਵਾਮੀ ਜੀ ਦੇ ਬਾਰੇ ਵਿੱਚ। ਤੇ ਇਹ ਜਿਹੜੇ 24ਵੇਂ ਤੀਰਥੰਕਰ ਨੇ, ਤੇ ਇਹਨਾਂ ਦਾ ਜਿਹੜਾ ਪ੍ਰਤੀਕ ਚਿੰਨ੍ਹ ਹੈਗਾ ਏ ਉਹ ਸ਼ੇਰ ਹੈਗਾ ਏ। ਤੇ ਇਸ ਤੋਂ ਵਿੱਚ ਆਪਾਂ ਇੱਕ ਗੱਲ ਕਰਾਂਗੇ ਇਸੇ ਧਰਮ ਦੇ ਜਿਹੜੇ 19ਵੇਂ ਤੀਰਥੰਕਰ ਹੋਏ ਨੇ ਮੱਲੀਨਾਥ, ਉਹਨਾਂ ਦੇ ਬਾਰੇ ਵਿੱਚ। ਤੇ ਉਹਨਾਂ ਦੇ ਬਾਰੇ ਵਿੱਚ ਜਿਹੜੇ ਇਤਿਹਾਸਕਾਰ ਹੈਗੇ ਨੇ ਉਹਨਾਂ ਦੇ ਵਿੱਚ ਮਤਭੇਦ ਹੈਗਾ ਏ ਕਿ ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਿਹੜਾ ਉਹ ਤੀਰਥੰਕਰ ਜਿਹੜੇ ਪੁਰਸ਼ ਨੇ, ਤੇ ਕਈ ਜਿਹੜੇ ਇਤਿਹਾਸਕਾਰ ਮੰਨਦੇ ਨੇ ਕਿ ਉਹ ਇੱਕ ਔਰਤ ਹੈਗੇ ਨੇ। ਤੇ ਉਹਨਾਂ ਦੇ ਪ੍ਰਤੀਕ ਚਿੰਨ੍ਹ ਦੀ ਗੱਲ ਕਰੀਏ ਤਾਂ ਉਹਨਾਂ ਦਾ ਪ੍ਰਤੀਕ ਚਿੰਨ੍ਹ ਜੋ ਹੈਗਾ ਏ ਉਹ ਕਲਸ਼ ਹੈਗਾ ਏ। ਇਸ ਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜਾ ਜੈਨ ਸ਼ਬਦ ਹੈਗਾ ਇਹ ਜਿੰਨ ਤੋਂ ਬਣਿਆ ਹੈਗਾ। ਤੇ ਜਿੰਨ ਤੋਂ ਭਾਵ ਹੁੰਦਾ ਹੈ ਜੇਤੂ। ਜਦੋਂ ਮਹਾਵੀਰ ਜਿਹੜੇ ਸਵਾਮੀ ਹੋਏ ਨੇ, ਜਦੋਂ ਇਹਨਾਂ ਨੇ ਗਿਆਨ ਦੀ ਪ੍ਰਾਪਤੀ ਇਹਨਾਂ ਨੂੰ ਹੋ ਜਾਂਦੀ ਹੈ, ਤਾਂ ਉਸ ਤੋਂ ਬਾਅਦ ਉਹ ਜਿਹੜਾ ਜਿੰਨੀਆਂ ਵੀ ਆਪਣੀਆਂ ਇੱਛਾਵਾਂ ਹੁੰਦੀਆਂ ਨੇ ਜਾਂ ਵਾਸ਼ਨਾਵਾਂ ਹੈਗੀਆਂ ਨੇ, ਉਹਨਾਂ ਦੇ ਉੱਪਰ ਕਾਬੂ ਪਾ ਲੈਂਦੇ ਨੇ ਜੀ, ਕਹਿੰਦੇ ਭਾਵ ਉਹਨਾਂ ਨੂੰ ਜਿੱਤ ਲੈਂਦੇ ਨੇ, ਜਿਨ੍ਹਾਂ ਦੇ ਚੱਲਦੇ ਉਹਨਾਂ ਲਈ ਜੇਤੂ ਸ਼ਬਦ ਦੀ ਜਿਹੜਾ ਵਰਤੋਂ ਕੀਤੀ ਜਾਂਦੀ ਹੈ। ਤੇ ਇਸੇ ਤਰ੍ਹਾਂ ਜਿਹੜਾ ਉਹਨਾਂ ਲਈ ਜਨ ਸ਼ਬਦ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਇੱਥੇ ਵੀ ਆਪਾਂ ਇਹ ਵੀ ਗੱਲ ਕਰਾਂਗੇ ਕਿ ਜਿਹੜਾ 600 ਈਸਵੀ ਪੂਰਵ ਦਾ ਸਮਾਂ ਹੈਗਾ ਇਹ ਜਿਹੜਾ ਬਹੁਤ ਜ਼ਿਆਦਾ ਮਹੱਤਵਪੂਰਨ ਸੀਗਾ। ਇਸ ਕਾਲ ਦੇ ਵਿੱਚ ਹੀ ਜਿਹੜਾ ਮਹਾਵੀਰ ਜੈਨ ਵੀ ਆਪਾਂ ਨੂੰ ਦੇਖਣ ਮਿਲਦੇ ਨੇ। ਤੇ ਨਾਲ ਹੀ ਜਿਹੜੇ ਭਗਵਾਨ ਬੁੱਧ ਹੈਗੇ ਨੇ, ਮਹਾਤਮਾ ਬੁੱਧ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਤੇ ਉਹ ਵੀ ਇਸੇ ਟਾਈਮ ਪੀਰੀਅਡ ਦੇ ਵਿੱਚ ਉਹਨਾਂ ਦੇ ਧਰਮ ਵੀ ਜਿਹੜਾ ਹੋਂਦ ਵਿੱਚ ਆਉਂਦਾ ਹੈਗਾ ਜੀ। ਜੇ ਆਪਾਂ ਮਹਾਵੀਰ ਸਵਾਮੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ ਵਿਸ਼ਾਲੀ ਦੇ ਨੇੜੇ ਕੁੰਡਲਪੁਰ ਜਿਹੜਾ ਨਗਰ ਹੈਗਾ ਏ, ਜਿਹੜਾ ਅੱਜ ਇਸ ਟਾਈਮ ਦੇ ਜਿਹੜਾ ਬਿਹਾਰ ਦੇ ਵਿੱਚ ਹੈਗਾ ਏ, ਇੱਥੇ ਇਹਨਾਂ ਦਾ ਜਨਮ ਹੋਇਆ। ਜਿਹੜਾ ਵੈਸ਼ਾਲੀ ਹੈਗਾ ਏ ਵੱਜੀ ਸੰਘ ਦੇ ਨਾਲ ਸੰਬੰਧਿਤ ਹੈਗਾ ਏ, ਸੰਬੰਧਿਤ ਸਥਾਨ ਹੈਗਾ ਏ। ਤੇ ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਜਿਹੜੇ ਇਹਨਾਂ ਦੇ ਪਿਤਾ ਹੈਗੇ ਉਹਨਾਂ ਦਾ ਨਾਮ ਰਾਜਾ ਸਿਧਾਰਥ ਹੈ। ਤੇ ਜਿਹੜੀ ਮਾਤਾ ਹੈਗੀ ਹੈ ਉਹਨਾਂ ਦਾ ਨਾਮ ਤ੍ਰਿਸ਼ਲਾ ਰਾਣੀ ਹੈਗਾ ਏ। ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ, ਇਹਨਾਂ ਜਿਹੜੇ ਮਾਤਾ ਪਿਤਾ ਹੈਗੇ ਨੇ ਰਾਜਾ ਸਿਧਾਰਥ ਦੇ, ਜਿਹੜੀ ਤ੍ਰਿਸ਼ਲਾ ਰਾਣੀ ਹੈਗੀ ਹੈ, ਇਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਮਨ ਵਿੱਚ ਜਿਹੜਾ ਵੈਰਾਗ ਉਪਜਦਾ ਹੈਗਾ ਏ। ਤੇ ਜਿਸ ਦੇ ਚੱਲਦੇ ਉਹ 30 ਸਾਲ ਦੀ ਉਮਰ ਵਿੱਚ ਜਿਹੜਾ ਉਹਨਾਂ ਦੇ ਵੱਡੇ ਭਰਾ ਹੈਗੇ ਨੇ ਨੰਦੀਵਰਧਨ, ਉਹਨਾਂ ਤੋਂ ਇਜਾਜ਼ਤ ਲੈ ਕੇ ਆਪਣਾ ਜਿਹੜਾ ਘਰ ਜਾਂ ਰਾਜਪਾਠ ਜਿਹਨੂੰ ਆਪਾਂ ਬੋਲ ਸਕਦੇ ਹਾਂ, ਕਿ ਉਸ ਟਾਈਮ 'ਤੇ ਜਿਹੜੇ ਰਾਜਾ ਹੋਏ ਨੇ ਜਿਹੜੇ ਸਿਧਾਰਥ ਹੈਗੇ ਨੇ, ਉਸ ਤੋਂ ਬਾਅਦ ਉਹ ਜਿਹੜਾ ਆਪਣਾ ਗ੍ਰਹਿ ਤਿਆਗ ਕਰ ਦਿੰਦੇ ਨੇ। ਤੇ ਨਾਲ ਹੀ ਜਿਹੜਾ ਰਾਜਪਾਠ ਦੇ ਜਿਹੜੇ ਸੰਸਾਰਕ ਸੁੱਖ ਜਿਹੜੇ ਸੀ ਉਹਨਾਂ ਦਾ ਵੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਤਿਆਗ ਕਰ ਦਿੰਦੇ ਨੇ। ਤੇ ਉਸ ਤੋਂ ਬਾਅਦ ਉਹ ਗਿਆਨ ਦੀ ਪ੍ਰਾਪਤੀ ਲਈ ਜਿਹੜਾ ਆਪਾਂ ਜਾਂ ਕਹੀਏ ਸੰਜਮ ਦੇ ਮਾਰਗ ਦੇ ਲਈ ਪ੍ਰਾਪਤੀ ਦੇ ਲਈ, ਤੇ ਉਹ ਜਿਹੜਾ ਆਪਣਾ ਘਰ ਜਿਹੜਾ ਛੱਡ ਕੇ ਚਲੇ ਜਾਂਦੇ ਨੇ। ਤੇ 30 ਸਾਲ ਜਦੋਂ ਉਹਨਾਂ ਨੇ 30 ਸਾਲ ਦੀ ਉਮਰ ਸੀ ਜਿਸ ਟਾਈਮ ਉਹਨਾਂ ਨੇ ਗ੍ਰਹਿਸਥ ਦਾ ਤਿਆਗ ਕੀਤਾ ਸੀਗਾ। ਤੇ ਉਸ ਤੋਂ ਬਾਅਦ ਉਹ ਅੱਗੇ ਚੱਲ ਕੇ ਜਿਹੜਾ 12 ਸਾਲ 6 ਮਹੀਨੇ ਤੇ 15 ਦਿਨਾਂ ਦੀ ਕਠੋਰ ਤਪੱਸਿਆ ਤੋਂ ਬਾਅਦ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜਿਹੜੇ ਬੁੱਧ ਧਰਮ ਦੇ ਵਿੱਚ ਗਿਆਨ ਲਈ ਕੈਵਲਯ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਤੇ ਇਸ ਤੋਂ ਭਾਵ ਹੁੰਦਾ ਹੈ ਬ੍ਰਹਿਮੰਡ ਦਾ ਸੰਪੂਰਨ ਗਿਆਨ। ਗਿਆਨ ਦੀ ਪ੍ਰਾਪਤੀ ਤੋਂ ਬਾਅਦ ਮਹਾਵੀਰ ਜਿਹੜੇ ਜੈਨ ਹੋਏ ਨੇ ਉਹਨਾਂ ਲਈ ਵੀ ਤਰਾਂਗ, ਜਿਨ ਜਾਂ ਜੇਤੂ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਣ ਲੱਗ ਗਿਆ। ਤੇ 72 ਸਾਲ ਦੀ ਉਮਰ ਦੇ ਵਿੱਚ ਪਾਵਾਪੁਰੀ ਨਗਰ ਦੇ ਵਿੱਚ ਉਹਨਾਂ ਨੂੰ ਜਿਹੜੀ ਨਿਰਵਾਣ ਪ੍ਰਾਪਤ ਹੁੰਦਾ ਹੈ, ਕਹਿੰਦੇ ਭਾਵ ਕਿ ਉਹਨਾਂ ਦਾ ਜਿਹੜਾ ਮੌਤ ਹੋ ਜਾਂਦੀ ਹੈਗੀ ਹੈ। ਇਹ ਮਹਾਵੀਰ ਸਵਾਮੀ ਜਿਹੜੇ ਹੈਗੇ ਨੇ ਉਹਨਾਂ ਦਾ ਚਿੱਤਰ ਹੈਗਾ ਹੈ। ਤੇ ਉਹਨਾਂ ਦਾ ਜਿਹੜਾ ਮੁੱਢਲਾ ਨਾਮ ਜਿਹਨੂੰ ਆਪਾਂ ਬੋਲ ਸਕਦੇ ਹਾਂ ਉਹ ਹੈਗਾ ਸੀ ਵਰਧਮਾਨ ਮਹਾਵੀਰ। ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਜੈਨ ਧਰਮ ਦੇ ਸਿਧਾਂਤਾਂ ਦੇ ਬਾਰੇ ਵਿੱਚ। ਜਿਹੜੇ ਇਹ ਕੁੱਲ 5 ਸਿਧਾਂਤ ਹੈਗੇ ਨੇ ਜਿਹੜੇ ਮਹਾਵੀਰ ਸਵਾਮੀ ਜੈਨ ਤੋਂ ਪਹਿਲਾਂ, ਇਹ ਜਿਹੜੇ ਸਿਧਾਂਤਾਂ ਦੀ ਗਿਣਤੀ 4 ਸੀ। ਤੇ ਇਹਨਾਂ ਦੇ ਦੁਆਰਾ ਜਿਹੜਾ ਇੱਕ ਬ੍ਰਹਮਚਰਯ ਜਿਹੜਾ ਹੈਗਾ ਏ ਉਹਨਾਂ ਦੇ ਦੁਆਰਾ ਜਿਹੜਾ ਇਹਦੇ ਵਿੱਚ ਐਡ ਕੀਤਾ ਗਿਆ, ਜਿਸ ਦੇ ਚੱਲਦੇ ਜਿਹੜੇ ਸਿਧਾਂਤ ਹੈਗੇ ਨੇ ਇਹਨਾਂ ਦੀ ਗਿਣਤੀ ਜਿਹੜੀ 5 ਹੋ ਗਈ। ਤੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਹਿੰਸਾ ਦੇ ਬਾਰੇ ਵਿੱਚ। ਅਹਿੰਸਾ ਜਿਹੜਾ ਹੈਗਾ ਏ ਉਹਦਾ ਭਾਵ ਹੈਗਾ ਏ ਜੀਵ ਦੀ ਹੱਤਿਆ ਨਾ ਕਰਨਾ। ਆਪਾਂ ਅੱਜ ਕੱਲ੍ਹ ਦੇਖਦੇ ਵੀ ਹੈਗੇ ਆ ਕਿ ਜਿਹੜੇ ਜਿਹਦੇ ਵੀ ਜੈਨ ਧਰਮ ਨਾਲ ਸੰਬੰਧਿਤ ਲੋਕ ਹੈਗੇ ਨੇ ਉਹ ਜਿਹੜਾ ਆਪਣਾ ਜਿਹੜਾ ਫੇਸ ਹੈਗਾ ਏ ਉਹਨੂੰ ਕਵਰ ਕਰਕੇ ਰੱਖਦੇ ਨੇ, ਤਾਂ ਕਿ ਜਿਹੜਾ ਉਹਨਾਂ ਦੁਆਰਾ ਕਿਸੇ ਵੀ ਜੀਵ ਜੰਤੂ ਨੂੰ ਜਿਹੜਾ ਹਾਨੀ ਨਾ ਪਹੁੰਚਾਈ ਜਾ ਸਕੇ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸੱਚ ਜਿਹੜਾ ਹੈਗਾ ਏ ਇਹਨਾਂ ਦਾ ਨੈਕਸਟ ਸਿਧਾਂਤ। ਉਸ ਤੋਂ ਭਾਵ ਹੈਗਾ ਕਿ ਸਦਾ ਸੱਚ ਬੋਲਣਾ, ਕਹਿਣ ਤੋਂ ਭਾਵ ਕਿ ਝੂਠ ਜਿਹੜਾ ਉਹਦਾ ਪ੍ਰਯੋਗ ਨਹੀਂ ਕਰਨਾ। ਨੈਕਸਟ ਹੈਗਾ ਏ ਅਸਤੇ। ਅਸਤੇ ਦਾ ਮਤਲਬ ਹੁੰਦਾ ਹੈਗਾ ਏ ਜਿਹੜਾ ਕਿਸੇ ਵੀ ਤਰ੍ਹਾਂ ਦੀ ਚੋਰੀ ਵਗੈਰਾ ਨਾ ਕਰਨਾ। ਬ੍ਰਹਮਚਰਿਆ ਕਹਿਣ ਤੋਂ ਭਾਵ ਕਿ ਜਿਹੜਾ ਸੰਯਮਪੂਰਨ ਨੂੰ ਜੀਵਨ ਬਤੀਤ ਕਰਨਾ, ਕਹਿਣ ਤੋਂ ਭਾਵ ਕਿ ਜਿਹੜਾ ਆਪਾਂ ਜਿਹੜਾ ਮੈਰਿਜ ਹੈਗੀ ਉਹ ਨਹੀਂ ਕਰਵਾਉਣੀ ਇਹਦੇ ਵਿੱਚ।
ਉਸ ਤੋਂ ਬਾਅਦ ਹੈਗਾ ਹੈ ਪਰਿਗ੍ਰਹਿ। ਪਰਿਗ੍ਰਹਿ ਤੋਂ ਭਾਵ ਹੈਗਾ ਹੈ ਕਿ ਜਿਹੜਾ ਜ਼ਰੂਰਤ ਤੋਂ ਜ਼ਿਆਦਾ ਇਕੱਠ ਨਾ ਕਰਨਾ। ਕਹਿਣ ਤੋਂ ਭਾਵ ਕਿ ਆਪਾਂ ਜਿਹੜੇ ਸੰਸਾਰਿਕ ਪਦਾਰਥ ਹੈਗੇ ਨੇ ਜਿਨ੍ਹਾਂ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਉਹਨਾਂ ਨੂੰ ਇਕੱਠਾ ਨਹੀਂ ਕਰਨਾ। ਜਿੰਨੀਆਂ ਚੀਜ਼ਾਂ ਦੀ ਜ਼ਰੂਰਤ ਹੈਗੀ ਹੈ ਸਿਰਫ ਉਨੀਆਂ ਚੀਜ਼ਾਂ ਨੂੰ ਹੀ ਆਪਾਂ ਕੈਰੀ ਕਰਾਂਗੇ। ਉਸ ਤੋਂ ਬਾਅਦ ਜਿੰਨੇ ਵੀ ਹੈਗੇ ਨੇ ਉਹਨਾਂ ਦਾ ਆਪਾਂ ਆਪਣੇ ਜੀਵਨ ਦੇ ਵਿੱਚ ਜਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈਗੀ ਉਹਨਾਂ ਨੂੰ ਆਪਾਂ ਇਕੱਠਾ ਨਹੀਂ ਕਰਨਾ। ਇਹ ਜੈਨਿਜ਼ਮ ਵਾਲਿਆਂ ਦਾ ਮੰਨਣਾ ਹੈਗਾ ਹੈ। ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਜਿਹੜੇ ਜੈਨਿਜ਼ਮ ਵਾਲੇ ਲੋਕ ਹੈਗੇ ਨੇ ਉਹ ਹਰੇਕ ਜੀਵ ਦੇ ਵਿੱਚ ਜਿਹੜਾ ਪਰਮਾਤਮਾ ਦੀ ਹੋਂਦ ਨੂੰ ਮੰਨਦੇ ਨੇ। ਉਹਨਾਂ ਦੇ ਅਕੋਰਡਿੰਗ ਕਿ ਜਿਹੜਾ ਹਰੇਕ ਜੀਵ ਹੈਗਾ ਹੈ ਜਾਂ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਕਿ ਪ੍ਰਿਥਵੀ ਹੈਗੀ ਹੈ, ਪਾਣੀ ਹੈ ਜਾਂ ਫਿਰ ਹਵਾ ਜਾਂ ਅੱਗ ਦੀ ਗੱਲ ਕਰਦੇ ਹਾਂ ਜਾਂ ਕਿਸੇ ਤਰ੍ਹਾਂ ਦੀ ਜਿਹੜੀ ਬਨਸਪਤੀ ਹੈਗੀ ਹੈ, ਉਹਨਾਂ ਦਾ ਮੰਨਣਾ ਹੈ ਕਿ ਉਹਦੇ ਵਿੱਚ ਜਿਹੜਾ ਆਤਮਾ ਦਾ ਨਿਵਾਸ ਹੁੰਦਾ ਹੈ। ਇਹ ਧਰਮ ਜਿਹੜਾ ਬਨਸਪਤੀ ਦੀ ਰੱਖਿਆ ਤੇ ਜਿਹੜਾ ਵਾਤਾਵਰਨ ਦੀ ਸੰਭਾਲ ਦੇ ਪੱਖ ਵਿੱਚ ਹੈਗਾ ਹੈ। ਤੇ ਇਹ ਜਿਹੜੇ ਲੋਕ ਨੇ ਇਹ ਮੰਨਦੇ ਨੇ ਕਿ ਜਿਹੜੀ ਆਤਮਾ ਹੈਗੀ ਉਹ ਆਪਣੇ ਚੰਗੇ ਕਰਮਾਂ ਦੇ ਕਾਰਨ ਜਿਹੜਾ ਈਸ਼ਵਰ ਨੂੰ ਪ੍ਰਾਪਤ ਕਰ ਲੈਂਦੀ ਹੈਗੀ ਹੈ। ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਜਿਹੜੇ ਇਸ ਧਰਮ ਦੇ ਵਿੱਚ ਜਿਹੜੇ 3 ਤ੍ਰਿਰਤਨ ਮੰਨੇ ਗਏ ਨੇ ਉਹ ਹੈਗੇ ਨੇ ਸੱਚੀ ਸ਼ਰਧਾ, ਸੱਚਾ ਗਿਆਨ ਤੇ ਸੱਚਾ ਆਚਰਣ, ਜਿਨ੍ਹਾਂ ਦੀ ਪੂਜਾ ਕਰਨ ਨਾਲ ਨਿਰਵਾਣ ਦੀ ਪ੍ਰਾਪਤੀ ਜਿਹੜੀ ਕੀਤੀ ਜਾ ਸਕਦੀ ਹੈ ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਗਿਆਨ ਉਹ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇੱਕ ਸ਼ਬਦ ਹੋਰ ਹੈਗਾ ਹੈ ਜਿਸ ਨੂੰ ਆਪਾਂ ਬੋਲਦੇ ਹਾਂ ਮਹਾਪਰਿਨਿਰਵਾਣ। ਇੱਥੇ ਇਹਨਾਂ ਨੇ ਨਿਰਵਾਣ ਸ਼ਬਦ ਦੀ ਵਰਤੋਂ ਕੀਤੀ ਹੈ। ਮਹਾਪਰਿਨਿਰਵਾਣ ਜਿਹੜਾ ਹੈਗਾ ਹੈ ਉਹ ਜਿਸ ਟਾਈਮ ਕਿਸੇ ਜਿਹੜਾ ਮਤਲਬ ਜੈਨਿਜ਼ਮ ਨਾਲ ਸੰਬੰਧਿਤ ਕਿਸੇ ਵੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਉਹਨੂੰ ਮਹਾਨ ਪਰਿਨਿਰਵਾਣ ਪ੍ਰਾਪਤ ਹੁੰਦਾ ਹੈਗਾ। ਤੇ ਜੇ ਉਹ ਵਿਅਕਤੀ ਨੂੰ ਗਿਆਨ ਪ੍ਰਾਪਤ ਹੁੰਦਾ ਤਾਂ ਉਹਦੇ ਲਈ ਜਿਹੜਾ ਨਿਰਵਾਣ ਸ਼ਬਦ ਵਰਤਿਆ ਜਾਂਦਾ ਹੈਗਾ। ਇਸ ਤੋਂ ਬਾਅਦ ਆਪਾਂ ਅੱਗੇ ਚੱਲ ਕੇ ਦੇਖਾਂਗੇ ਕਿ ਜਿਹੜਾ ਜੈਨ ਧਰਮ ਹੈਗਾ ਹੈ ਉਹ 2 ਸੰਪਰਦਾਵਾਂ ਦੇ ਵਿੱਚ ਵੰਡਿਆ ਜਾਂਦਾ ਹੈ। ਤੇ ਪਹਿਲੇ ਹੈਗੀ ਹੈ ਦਿਗੰਬਰ ਤੇ ਸੈਕਿੰਡ ਵਾਲੀ ਹੈਗੀ ਹੈ ਸ਼ਵੇਤਾਂਬਰ। ਜਿਹੜੇ ਦਿਗੰਬਰ ਮੁਨੀ ਹੈਗੇ ਨੇ ਇਹ ਜਿਹੜੇ ਲੋਕ ਹੈਗੇ ਨੇ ਵਸਤਰ ਵਗੈਰਾ ਧਾਰਨ ਜਿਹੜੇ ਨਹੀਂ ਕਰਦੇ। ਇਹਨਾਂ ਦਾ ਮੰਨਣਾ ਹੈਗਾ ਹੈ ਕਿ ਜਿਹੜਾ ਬ੍ਰਹਿਮੰਡ ਹੈਗਾ ਹੈ ਉਹ ਹੀ ਸਾਡਾ ਜਿਹੜਾ ਵਸਤਰ ਹੈ। ਤੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸ਼ਵੇਤਾਂਬਰ ਦੇ ਬਾਰੇ ਵਿੱਚ। ਸ਼ਵੇਤਾਂਬਰ ਜਿਹੜੇ ਮੁਨੀ ਹੈਗੇ ਨੇ ਉਹ ਸਫੇਦ ਜਿਹੜੇ ਕੱਪੜੇ ਨੇ ਜਾਂ ਚਿੱਟੇ ਵਸਤਰ ਹੈਗੇ ਨੇ ਉਹ ਧਾਰਨ ਕਰਦੇ ਨੇ। ਜੈਨ ਅਨੁਆਈ ਜਿਹੜੇ ਨੇ ਇਹ ਮੋਸਟਲੀ ਜਿਹੜੇ ਸ਼ਾਕਾਹਾਰੀ ਹੁੰਦੇ ਨੇ, ਜਿਹੜਾ ਮਾਸ ਵਗੈਰਾ ਦੀ ਵਰਤੋਂ ਨਹੀਂ ਕਰਦੇ। ਨੈਕਸਟ ਆਪਾਂ ਗੱਲ ਕਰਾਂਗੇ ਬੁੱਧ ਧਰਮ ਦੇ ਬਾਰੇ ਵਿੱਚ। ਬੁੱਧ ਧਰਮ ਜਿਹੜਾ 6ਵੀਂ ਸਦੀ ਈਸਵੀ ਪੂਰਵ ਵਿੱਚ ਜਿਹੜਾ ਧਾਰਮਿਕ ਅੰਦੋਲਨ ਜਿੰਨੇ ਵੀ ਹੋਏ ਨੇ ਉਹਨਾਂ ਵਿੱਚੋਂ ਸਭ ਤੋਂ ਜਿਹੜਾ ਫੇਮਸ ਮੰਨਿਆ ਗਿਆ ਹੈ। ਤੇ ਇਸੇ ਟਾਈਮ ਦੇ ਜਿਹੜਾ ਚੀਨ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਜਿਹੜਾ ਧਾਰਮਿਕ ਜਿਹੜਾ ਚਿੰਤਕ ਸੀਗੇ ਉਹ ਕਨਫਿਊਸ਼ੀਅਸ ਨਾਲ ਜਿਹੜੇ ਸੰਬੰਧਿਤ ਸੀਗੇ। ਕਨਫਿਊਸ਼ੀਅਸ ਧਰਮ ਜਿਹੜਾ ਉਸ ਟਾਈਮ ਤੇ ਚੀਨ ਦੇ ਵਿੱਚ ਪ੍ਰਚਲਿਤ ਸੀ। ਤੇ ਜੇ ਭਾਰਤ ਦੀ ਗੱਲ ਕਰੀਏ ਤਾਂ ਇਸ ਟਾਈਮ ਤੇ ਜਿਹੜਾ ਬੁੱਧ ਧਰਮ ਤੇ ਜੈਨ ਧਰਮ ਦੀ ਜਿਹੜੀ ਨੀਂਹ ਰੱਖੀ ਗਈ ਸੀ। ਇਸੇ ਟਾਈਮ ਤੇ ਹੀ ਜਿਹੜੇ ਧਰਮ ਜਿਹੜੇ ਨੇ ਦੇਖਣ ਨੂੰ ਹੋਂਦ ਵਿੱਚ ਆਉਂਦੇ ਨੇ। ਇਹ ਜਿੰਨੇ ਵੀ ਧਰਮ ਹੈਗੇ ਨੇ ਉਹਨਾਂ ਵਿੱਚੋਂ ਸਭ ਤੋਂ ਜਿਹੜਾ ਲੋਕਪ੍ਰਿਯ ਹੋਇਆ ਹੈਗਾ ਉਹ ਬੁੱਧ ਧਰਮ ਹੈਗਾ ਹੈ। ਤੇ ਜਿਹੜੇ ਇਸ ਦਾ ਜਿਹੜਾ ਪ੍ਰਚਾਰ ਹੈਗਾ ਇਹ ਦੁਨੀਆ ਦੇ ਜਿਹੜਾ ਸੰਸਾਰ ਦੇ ਵਿੱਚ ਕਾਫੀ ਜਿਹੜਾ ਆਪਾਂ ਕਹਿ ਸਕਦੇ ਹਾਂ ਵੱਡੇ ਲੈਵਲ ਤੇ ਵੱਡੇ ਪੱਧਰ ਤੇ ਇਸ ਦਾ ਜਿਹੜਾ ਪ੍ਰਚਾਰ ਕੀਤਾ ਗਿਆ। ਅੱਗੇ ਚੱਲ ਕੇ ਆਪਾਂ ਦੇਖਾਂਗੇ ਕਿ ਅਸ਼ੋਕ ਦੇ ਟਾਈਮ ਤੇ ਜਿਹੜਾ ਇਹ ਧਰਮ ਹੈਗਾ ਇਹ ਹੋਰ ਵੀ ਜ਼ਿਆਦਾ ਪ੍ਰਫੁੱਲਿਤ ਹੁੰਦਾ ਹੈ। ਜਿਹੜੇ ਇਹਦੀ ਪ੍ਰਚਾਰ ਹੈਗਾ ਉਹ ਉਹਦੇ ਲਈ ਜਿਹੜਾ ਧਰਮ ਦੇ ਪ੍ਰਚਾਰ ਲਈ ਅਸ਼ੋਕ ਦੁਆਰਾ ਜਿਹੜੇ ਪ੍ਰਚਾਰਕ ਹੈਗੇ ਨੇ ਉਹ ਵਿਦੇਸ਼ਾਂ ਵਿੱਚ ਭੇਜੇ ਜਾਂਦੇ। ਨਾਲ ਹੀ ਜਿਹੜੇ ਉਹਨੇ ਸ਼ਿਲਾਲੇਖ ਜਾਂ ਅਭਿਲੇਖ ਜਿਹੜੇ ਉਹਦੇ ਸੀਗੇ ਉਹਨਾਂ ਦੇ ਉੱਪਰ ਵੀ ਉਸ ਧਰਮ ਦੇ ਜਿੰਨੇ ਵੀ ਸਿਧਾਂਤ ਹੈਗੇ ਨੇ ਉਹਨਾਂ ਦੇ ਬਾਰੇ ਵਿੱਚ ਖੁਦਵਾਇਆ ਸੀ, ਜਿਸ ਦੇ ਚੱਲਦੇ ਜਿਹੜਾ ਇਹ ਧਰਮ 3rd ਸੈਂਚੁਰੀ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਪ੍ਰਚਲਿਤ ਹੋ ਜਾਂਦਾ ਹੈਗਾ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਜਿਹੜੇ ਇਹਦੇ ਸੰਸਥਾਪਕ ਸੀਗੇ ਉਹ ਮਹਾਤਮਾ ਬੁੱਧ ਹੋਏ ਨੇ ਜਾਂ ਜਿਨ੍ਹਾਂ ਨੂੰ ਗੌਤਮ ਬੁੱਧ ਵੀ ਕਿਹਾ ਜਾਂਦਾ ਹੈਗਾ। ਤੇ ਇਹਨਾਂ ਦਾ ਅਸਲੀ ਨਾਮ ਜਿਹੜਾ ਹੈਗਾ ਸਿਧਾਰਥ ਸੀ। ਤੇ ਮਹਾਤਮਾ ਬੁੱਧ ਦੇ ਨਾਮ ਦੇ ਨਾਲ ਇਹ ਜ਼ਿਆਦਾ ਮਤਲਬ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਅੱਜ ਵੀ। ਜੇ ਆਪਾਂ ਬੁੱਧ ਧਰਮ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਮਹਾਤਮਾ ਬੁੱਧ ਜਿਹੜਾ ਧਰਮ ਦੇ ਨਾਲ ਆਪਾਂ ਗੁਰੂ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜਾ ਮਹਾਤਮਾ ਬੁੱਧ ਸ਼ਬਦ ਹੀ ਜਿਹੜਾ ਪ੍ਰਯੋਗ ਕੀਤਾ ਜਾਂਦਾ ਹੈ। ਨਾ ਤਾਂ ਉਹਨਾਂ ਲਈ ਗੌਤਮ ਬੁੱਧ ਬੋਲਿਆ ਜਾਂਦਾ ਤੇ ਨਾ ਹੀ ਸਿਧਾਰਥ ਸ਼ਬਦ ਜਿਹੜਾ ਜਲਦੀ ਕਿਤੇ ਪ੍ਰਯੋਗ ਕੀਤਾ ਜਾਂਦਾ। ਤੇ ਜਿਹੜਾ ਸ਼ਬਦ ਆਮ ਹੀ ਪ੍ਰਯੋਗ ਕੀਤਾ ਜਾਂਦਾ ਹੈਗਾ ਹੈ ਮਹਾਤਮਾ ਬੁੱਧ। ਤੇ ਇਸ ਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜਾ ਉਹ ਗਿਆਨ ਪ੍ਰਾਪਤ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਲਈ ਜਿਹੜੇ ਸ਼ਬਦ ਪ੍ਰਯੋਗ ਵਿੱਚ ਕੀਤੇ ਗਏ ਉਹਨਾਂ ਵਿੱਚ ਇੱਕ ਸ਼ਬਦ ਸੀਗਾ ਤਟਸਥ। ਤੇ ਜਿਹੜਾ ਬੁੱਧ ਹੈਗਾ ਜੇ ਮਹਾਤਮਾ ਬੁੱਧ ਦੀ ਗੱਲ ਕੀਤੀ ਤੇ ਬੁੱਧ ਦਾ ਜਿਹੜਾ ਅਰਥ ਹੁੰਦਾ ਹੈਗਾ ਗਿਆਨਵਾਨ ਪੁਰਸ਼, ਉਹਦੇ ਤੋਂ ਭਾਵ ਹੈਗਾ ਹੈ। ਇਸ ਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜਾ ਇਹ ਚਿੱਤਰ ਹੈਗਾ ਜਿਹੜਾ ਗੌਤਮ ਬੁੱਧ ਹੈਗੇ ਨੇ ਉਹਨਾਂ ਦਾ ਹੈ। ਜੇ ਆਪਾਂ ਜਿਹੜਾ ਮਹਾਤਮਾ ਬੁੱਧ ਦੇ ਜਨਮ ਦੀ ਗੱਲ ਕਰਾਂਗੇ ਤਾਂ ਜਿਹੜਾ ਇਹਨਾਂ ਦਾ ਜਨਮ ਜਿਹੜਾ ਸ਼ਕ ਰਾਜਵੰਸ਼ ਦੇ ਵਿੱਚ ਨੇਪਾਲ ਦੀ ਤਰਾਈ ਵਿੱਚ ਲੁੰਬਿਨੀ ਨਾਂ ਦੇ ਪਿੰਡ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਤੇ ਇਹਨਾਂ ਦੇ ਜਿਹੜੇ ਪਿਤਾ ਸੀਗੇ ਉਹਨਾਂ ਦਾ ਨਾਮ ਸ਼ੁਧੋਦਨ ਸੀ। ਤੇ ਉਸ ਟਾਈਮ ਤੇ ਇਹਨਾਂ ਦੀ ਜਿਹੜੀ ਰਾਜਧਾਨੀ ਸੀ ਉਹ ਕਪਿਲਵਸਤੂ ਸੀ। ਇਹਨਾਂ ਦੇ ਜਿਹੜਾ ਜਨਮ ਤੋਂ ਬਾਅਦ ਹੀ ਇਹਨਾਂ ਦੀ ਜਿਹੜੀ ਮਾਤਾ ਸੀਗੀ ਮਹਾਮਾਇਆ ਜਿਨ੍ਹਾਂ ਦਾ ਨਾਮ ਸੀ, ਉਹਨਾਂ ਦਾ ਕੁਛ ਟਾਈਮ ਦੇ ਬਾਅਦ ਚੱਲ ਕੇ ਜਿਹੜਾ ਮੌਤ ਹੋ ਜਾਂਦੀ ਹੈਗੀ। ਤੇ ਇਹਨਾਂ ਦਾ ਜਿਹੜਾ ਪਾਲਣ ਪੋਸ਼ਣ ਹੈ ਇਹਨਾਂ ਦੀ ਮਾਸੀ ਸੀਗੀ ਜਿਹੜੀ ਪ੍ਰਜਾਪਤੀ ਗੌਤਮੀ ਉਹਨਾਂ ਦੇ ਦੁਆਰਾ ਕੀਤਾ ਜਾਂਦਾ ਹੈ। ਇਹਨਾਂ ਦਾ ਪਾਲਣ ਪੋਸ਼ਣ ਜਿਹੜਾ ਹੈਗਾ ਉਹ ਰਾਜਕੁਮਾਰ ਦੀ ਤਰ੍ਹਾਂ ਹੀ ਕੀਤਾ ਜਾਂਦਾ ਹੈ। ਤੇ ਇਸ ਤੋਂ ਜਦੋਂ ਉਹਨਾਂ ਦੀ ਜਿਹੜੀ 16-17 ਸਾਲਾਂ ਦੀ ਜਿਹੜੀ ਉਮਰ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦਾ ਵਿਆਹ ਜਿਹੜਾ ਯਸ਼ੋਧਰਾ ਨਾਮ ਜਿਹੜੀ ਇੱਕ ਲੜਕੀ ਸੀਗੀ ਉਹਦੇ ਨਾਲ ਕਰ ਦਿੱਤਾ ਜਾਂਦਾ ਹੈ। ਤੇ ਇਹਨਾਂ ਦੇ ਅੱਗੇ ਚੱਲ ਕੇ ਉਹਨਾਂ ਦੇ ਘਰ ਜਿਹੜਾ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਜਿਨ੍ਹਾਂ ਦਾ ਨਾਮ ਰੱਖਿਆ ਜਾਂਦਾ ਹੈ ਰਾਹੁਲ। ਗੌਤਮ ਬੁੱਧ ਜੋ ਸੀਗੇ ਉਹ ਸ਼ੁਰੂ ਤੋਂ ਹੀ ਭਾਵੁਕ ਤੇ ਜਿਹੜੇ ਮੌਨ ਰਹਿਣ ਵਾਲੇ ਜਿਹੜੇ ਵਿਅਕਤੀ ਸੀਗੇ। ਮੌਨ ਰਹਿਣ ਤੋਂ ਭਾਵ ਜਿਹੜੇ ਸ਼ਾਂਤ ਸੁਭਾਅ ਦੇ ਕਹਿ ਸਕਦੇ ਹਾਂ ਜਾਂ ਫਿਰ ਆਪਾਂ
ਜਿਹੜਾ ਕਹਿ ਸਕਦੇ ਹਾਂ ਕਿ ਉਹ ਬਹੁਤ ਜ਼ਿਆਦਾ ਘੱਟ ਜਿਹੜੇ ਬੋਲਦੇ ਸੀਗੇ। ਤੇ ਇਹਦੇ ਨਾਲ ਹੀ ਬਾਅਦ 'ਚ ਅੱਗੇ ਆਪਾਂ ਦੇਖਾਂਗੇ ਕਿ ਜਿਹੜਾ ਮਹਾਤਮਾ ਬੁੱਧ ਦਾ ਜਦੋਂ ਜਨਮ ਹੋਇਆ ਹੈਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਦੁਆਰਾ ਜਿਹੜਾ ਜੋਤਸ਼ੀ ਬੁਲਾਏ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਜਿਹੜਾ ਇੱਕ ਜੋਤਸ਼ੀ ਭਵਿੱਖਬਾਣੀ ਕਰਦਾ ਹੈ ਕਿ ਜਾਂ ਤਾਂ ਇਹ ਬੱਚਾ ਜਿਹੜਾ ਹੈਗਾ ਇਹ ਅੱਗੇ ਚੱਲ ਕੇ ਬਹੁਤ ਹੀ ਮਹਾਨ ਰਾਜਾ ਬਣੇਗਾ ਤੇ ਜਾਂ ਫਿਰ ਇਹ ਜਿਹੜਾ ਸੰਨਿਆਸੀ ਵਿਅਕਤੀ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏਗਾ। ਤੇ ਇਸ ਦੇ ਚੱਲਦੇ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਨੂੰ ਜਿਹੜਾ ਟੈਨਸ਼ਨ ਹੁੰਦੀ ਹੈ ਤੇ ਉਹ ਇਹਨਾਂ ਨੂੰ ਜਿਹੜੇ ਜਿੰਨੀਆਂ ਵੀ ਸੰਸਾਰਕ ਦੁੱਖ ਹੈਗੇ ਨੇ ਉਹਨਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਨੇ, ਜਿਸ ਦੇ ਚੱਲਦੇ ਉਹ ਇਹਨਾਂ ਨੂੰ ਜਿਹੜਾ ਘਰ ਤੋਂ ਬਾਹਰ ਜਿਹੜਾ ਨਿਕਲਣ ਦੀ ਜਿਹੜੀ ਇਜਾਜ਼ਤ ਨਹੀਂ ਹੁੰਦੀ ਤੇ ਇਹਨਾਂ ਦੀ ਜਿੰਨੀਆਂ ਵੀ ਸੁੱਖ ਸੁਵਿਧਾਵਾਂ ਹੈਗੀਆਂ ਨੇ ਉਹਨਾਂ ਨੂੰ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਘਰ ਦੇ ਵਿੱਚ ਹੀ। ਤੇ ਇੱਕ ਦਿਨ ਉਹ ਕੀ ਕਰਦੇ ਨੇ ਕਿ ਆਪਣੇ ਘਰੋਂ ਜਿਹੜਾ ਨਿਕਲ ਜਾਂਦੇ ਨੇ ਤੇ ਉਸ ਦੇ ਰਸਤੇ ਵਿੱਚ ਜਦੋਂ ਜਾਂਦੇ ਨੇ ਉਹਨਾਂ ਨੂੰ ਇੱਕ ਬਿਮਾਰ ਵਿਅਕਤੀ ਦਿਸਦਾ, ਇੱਕ ਬੁੱਢਾ ਵਿਅਕਤੀ ਤੇ ਇੱਕ ਮੁਰਦਾ ਉਹਨਾਂ ਨੂੰ ਦਿਸਦਾ ਹੈ ਤੇ ਨਾਲ ਹੀ ਇੱਕ ਜਿਹੜਾ ਉਹ ਅੱਗੇ ਚੱਲ ਕੇ ਉਹਨਾਂ ਨੂੰ ਇੱਕ ਸਾਧੂ ਵੀ ਦੇਖਣ ਨੂੰ ਮਿਲਦਾ ਹੈ, ਜਿਹਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਦਿਮਾਗ ਵਿੱਚ ਆਉਂਦਾ ਹੈ ਕਿ ਜਿਹੜੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸੰਸਾਰ ਹੈਗਾ ਹੈ ਉਹ ਦੁੱਖਾਂ ਦਾ ਘਰ ਹੈਗਾ ਹੈ। ਤੇ ਉਸ ਦੇ ਚੱਲਦੇ ਉਹ ਦੇਖਦੇ ਨੇ ਕਿ ਜਿਹੜਾ ਸੰਸਾਰ ਹੈਗਾ ਹੈ ਉਹ ਦੁੱਖਾਂ ਦਾ ਘਰ ਹੈ ਤੇ ਉਹਨਾਂ ਨੂੰ ਜਿਹੜਾ ਸਾਧੂ ਵਿਅਕਤੀ ਹੈਗਾ ਹੈ ਉਹਨਾਂ ਨੂੰ ਜ਼ਿਆਦਾ ਬਿਹਤਰ ਫੀਲ ਹੁੰਦਾ ਹੈ ਦੂਜੇ ਵਿਅਕਤੀਆਂ ਦੇ ਮੁਕਾਬਲੇ ਵਿੱਚ, ਤੇ ਉਹ ਆਪਣੇ ਜਿਹੜਾ ਮਨ ਦੀ ਅਸ਼ਾਂਤੀ ਹੈਗੀ ਹੈ ਉਸ ਨੂੰ ਦੂਰ ਕਰਨ ਦੇ ਲਈ ਉਹ 29 ਸਾਲ ਦੀ ਉਮਰ ਵਿੱਚ ਜਿਹੜਾ ਆਪਣਾ ਘਰ ਦਾ ਤਿਆਗ ਕਰ ਦਿੰਦੇ ਨੇ ਤੇ ਜਿਹੜਾ ਸੱਚੇ ਗਿਆਨ ਦੀ ਪ੍ਰਾਪਤੀ ਦੇ ਵਿੱਚ ਘਰ ਨੂੰ ਜਿਹੜਾ ਛੱਡ ਕੇ ਚਲੇ ਜਾਂਦੇ ਨੇ। ਤੇ ਇਸ ਟਾਈਮ 'ਤੇ ਉਹਨਾਂ ਦੇ ਜਿਹੜਾ ਸਾਰਥੀ ਸੀ ਉਹ ਉਹਨਾਂ ਨੂੰ ਜਿਹੜਾ ਜੰਗਲ ਤੱਕ ਛੱਡ ਕੇ ਆਉਂਦਾ ਹੈਗਾ ਤੇ ਉਸ ਤੋਂ ਬਾਅਦ ਅੱਗੇ ਚੱਲ ਕੇ ਜਿਹੜਾ ਉਹ ਆਪਣੇ ਜੀਵਨ ਦਾ ਜਿਹੜਾ ਅਗਲਾ ਆਰੰਭ ਹੈਗਾ ਹੈ ਉਹ ਇਕੱਲੇ ਹੀ ਕਰਦੇ ਨੇ। ਇਹਦੇ ਵਿੱਚ ਉਹਨਾਂ ਨੂੰ ਜਿਹੜੇ ਦੋ ਗੁਰੂ ਮਿਲਦੇ ਨੇ ਉਹਨਾਂ ਦੇ ਜੀਵਨ ਦੇ ਵਿੱਚ। ਪਹਿਲੇ ਗੁਰੂ ਉਹਨਾਂ ਦੇ ਅਲਾਰ ਕਲਾਮ ਸੀਗੇ ਤੇ ਦੂਸਰੇ ਜਿਹੜੇ ਨੇ, ਤੇ ਜੇ ਉਹਨਾਂ ਦੇ ਦੂਸਰੇ ਗੁਰੂ ਦੀ ਗੱਲ ਕਰੀਏ ਤਾਂ ਉਹਨਾਂ ਦਾ ਨਾਮ ਸੀਗਾ ਰੁਦਰ ਕ੍ਰਾਮਪੁੱਤ। ਤੇ ਜਿਹੜੇ ਆਪਾਂ ਪਹਿਲੇ ਗੁਰੂ ਦੀ ਗੱਲ ਕੀਤੀ ਹੈ ਅਲਾਰ ਕਲਾਮ ਦੇ ਬਾਰੇ ਵਿੱਚ, ਤੇ ਉਹ ਜਿਹੜੇ ਹੈਗੇ ਨੇ ਉਹ ਸਾਂਖਿਆ ਦਰਸ਼ਨ ਦੇ ਵਿੱਚ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਉਹ ਪਹੁੰਚੇ ਹੋਏ ਵਿਅਕਤੀ ਸੀਗੇ। ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਇਹਨਾਂ ਦੋਵਾਂ ਗੁਰੂਆਂ ਤੋਂ ਵੀ ਜਿਹੜੇ ਸੰਤੁਸ਼ਟੀ ਪ੍ਰਾਪਤ ਨਹੀਂ ਹੁੰਦੀ, ਜਿਹੜਾ ਉਹਨਾਂ ਦੇ ਕੋਲ ਰਹਿ ਕੇ ਵੀ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਤਾਂ ਉਸ ਤੋਂ ਬਾਅਦ ਉਹ ਖੁਦ ਜਿਹੜੇ ਤਪੱਸਿਆ ਕਰਨ ਲਈ ਚਲੇ ਜਾਂਦੇ ਨੇ ਤੇ ਅੱਗੇ ਚੱਲ ਕੇ ਜਿਹੜਾ ਉਹਨਾਂ ਨੂੰ ਬੋਧ ਗਯਾ ਦੇ ਵਿੱਚ ਜਿਹੜਾ ਗਿਆਨ ਪ੍ਰਾਪਤ ਹੁੰਦਾ ਹੈ। ਤੇ ਇਹਦੇ ਪਿੱਛੇ ਵੀ ਇੱਕ ਜਿਹੜੇ ਆਪਾਂ ਗੱਲ ਕਰਾਂਗੇ ਜਿਹੜਾ ਇਹਨਾਂ ਦੇ ਇੱਥੇ ਗੱਲ ਕੀਤੀ ਹੈ ਜਿਹੜਾ ਬੁੱਧ ਨੇੜੇ ਵਾਰਾਣਸੀ ਦੇ ਨੇੜੇ ਸਾਰਨਾਥ ਦੇ ਵਿੱਚ 5 ਭਿਕਸ਼ੂਆਂ ਨੂੰ ਆਪਣਾ ਜਿਹੜਾ ਪਹਿਲਾ ਉਪਦੇਸ਼ ਦਿੱਤਾ, ਇਹਨਾਂ ਦੇ ਬਾਰੇ ਵਿੱਚ ਆਪਾਂ ਇਹਨਾਂ ਦੇ ਬਾਰੇ ਵਿੱਚ ਵੀ ਅੱਜ ਆਪਾਂ ਗੱਲ ਕਰਾਂਗੇ। ਜਿਹੜੇ 5 ਭਿਕਸ਼ੂ ਹੈਗੇ ਨੇ ਇਹ ਜਿਹੜੇ ਉਸ ਟਾਈਮ 'ਤੇ ਤਪੱਸਿਆ ਕਰ ਰਹੇ ਸੀ ਤੇ ਜਿਨ੍ਹਾਂ ਦੇ ਵਿੱਚ ਜਿਹੜੇ ਮਹਾਤਮਾ ਬੁੱਧ ਵੀ ਜਿਹੜੇ ਉਹਨਾਂ ਦੇ ਨਾਲ ਰਲ ਜਾਂਦੇ ਨੇ। ਉਸ ਤੋਂ ਬਾਅਦ ਜਿਹੜੇ ਮਹਾਤਮਾ ਬੁੱਧ ਨੇ ਜੋ ਤਪੱਸਿਆ ਕਰਦੇ ਨੇ ਤੇ ਉਹਨਾਂ ਦਾ ਜਿਹੜਾ ਸਰੀਰ ਹੈਗਾ ਉਹ ਸੁੱਕ ਜਾਂਦਾ ਹੈ, ਕਹਿੰਦੇ ਭਾਵ ਕਿ ਜਿਹੜਾ ਉਹ ਬਹੁਤ ਜ਼ਿਆਦਾ ਕਮਜ਼ੋਰ ਅਵਸਥਾ ਵਿੱਚ ਜਿਹੜੇ ਆ ਜਾਂਦੇ ਨੇ। ਤੇ ਉਹਨਾਂ ਨੂੰ ਭੁੱਖ ਲੱਗਣ ਤੇ ਜਿਹੜਾ ਇੱਕ ਸ੍ਰਿਸ਼ਟੀ ਹੁੰਦਾ ਹੈ ਉਸ ਟਾਈਮ ਦਾ, ਉਸ ਦੀ ਲੜਕੀ ਹੈਗੀ ਹੈ ਸੁਜਾਤਾ ਜਿਸ ਦਾ ਨਾਮ ਸੀਗਾ, ਉਹਨੇ ਜਿਹੜਾ ਮਹਾਤਮਾ ਬੁੱਧ ਨੂੰ ਖੀਰ ਖਵਾ ਦਿੰਦੀ ਹੈਗੀ ਹੈ। ਤੇ ਜਿਸ ਦੇ ਚੱਲਦੇ ਜਿਹੜੇ ਜਿੰਨੇ ਵੀ ਜਿਹੜੇ 5 ਭਿਕਸ਼ੂ ਦੀ ਗੱਲ ਕੀਤੀ ਹੈ ਤੇ ਉਹ ਜਿਹੜੇ ਮਹਾਤਮਾ ਬੁੱਧ ਦੇ ਨਾਲ ਗੁੱਸਾ ਹੋ ਜਾਂਦੇ ਨੇ ਕਿ ਜਿਹੜਾ ਵਿਅਕਤੀ ਆਪਣੀ ਭੁੱਖ ਦੇ ਉੱਪਰ ਕਾਬੂ ਨਹੀਂ ਕਰ ਸਕਦਾ ਉਹ ਮਤਲਬ ਗਿਆਨ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਬਾਅਦ ਜਿਹੜੇ ਮਹਾਤਮਾ ਬੁੱਧ ਅੱਗੇ ਨਿਕਲ ਜਾਂਦੇ ਨੇ ਤੇ ਜਿਹੜੇ ਬੋਧ ਗਯਾ ਦੇ ਵਿੱਚ ਉਹਨਾਂ ਨੂੰ ਕਠੋਰ ਤਪੱਸਿਆ ਤੋਂ ਬਾਅਦ ਜਿਹੜਾ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਪਿੱਪਲ ਦੇ ਦਰਖਤ ਦੇ ਥੱਲੇ। ਤੇ ਉਸ ਤੋਂ ਬਾਅਦ ਜਿਹੜੇ ਮਹਾਤਮਾ ਬੁੱਧ ਨੇ ਉਹ ਵਾਪਸ ਆਉਂਦੇ ਨੇ ਸਾਰਨਾਥ ਦੇ ਵਿੱਚ। ਇੱਥੇ ਸਾਰਨਾਥ ਦੇ ਵਿੱਚ ਇਹਨਾਂ 5 ਭਿਕਸ਼ੂਆਂ ਨੂੰ ਹੀ ਜਿਹੜਾ ਆਪਣਾ ਪਹਿਲਾ ਉਪਦੇਸ਼ ਦਿੰਦੇ ਨੇ ਤੇ ਇਸ ਜਿਹੜਾ ਉਪਦੇਸ਼ ਦਿੱਤਾ ਹੈ ਉਹਨਾਂ ਨੇ ਪਹਿਲਾ ਆਪਣਾ ਇਹਨਾਂ ਦੇ ਇਸ ਦੇ ਲਈ ਜਿਹੜਾ ਧਰਮ ਚੱਕਰ ਪਰਿਵਰਤਨ ਸ਼ਬਦ ਦਾ ਜਿਹੜਾ ਪ੍ਰਯੋਗ ਕੀਤਾ ਗਿਆ ਹੈ। ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਜਿਹੜੇ ਮਹਾਤਮਾ ਬੁੱਧ ਨੇ ਉਹਨਾਂ ਨੇ ਆਪਣਾ ਜੀਵਨ ਜਿਹੜਾ ਹੈਗਾ ਇਹ ਸਾਰਾ ਉਹ ਮਤਲਬ ਧਰਮ ਦੇ ਪ੍ਰਚਾਰ ਦੇ ਵਿੱਚ ਹੀ ਬਤੀਤ ਕੀਤਾ। ਤੇ ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਜਿਹੜੇ ਉਹਨਾਂ ਦੀਆਂ ਸਿੱਖਿਆਵਾਂ ਹੈਗੀਆਂ ਨੇ ਜਿਹੜੀਆਂ ਉਹ ਮਹਾਤਮਾ ਬੁੱਧ ਦੇ ਜਿਹੜੇ ਉਹਨਾਂ ਨੂੰ ਸਿਧਾਂਤ ਮੰਨ ਲਿਆ ਗਿਆ, ਜਿਹੜੇ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਹੈਗੀਆਂ ਨੇ ਬੌਧ ਧਰਮ ਦੇ ਵਿੱਚ। ਤੇ ਇਹ ਜਿਹੜੀਆਂ ਸਿੱਖਿਆਵਾਂ ਹੈਗੀਆਂ ਨੇ ਜਾਂ ਸਿਧਾਂਤ ਹੈਗੇ ਨੇ ਬਹੁਤ ਜ਼ਿਆਦਾ ਸਰਲ ਹੈਗੇ ਨੇ। ਤੇ ਇਸ ਤੋਂ ਬਾਅਦ ਆਪਾਂ 4 ਮਹਾਨ ਸੱਚਾਈਆਂ ਦੀ ਵੀ ਗੱਲ ਕਰਾਂਗੇ ਤੇ ਇਹਦੇ ਵਿੱਚ ਜਿਹੜੇ ਮਹਾਤਮਾ ਬੁੱਧ ਹੈਗੇ ਨੇ ਉਹਨਾਂ ਨੇ ਜਿਹੜੀਆਂ ਇਹਨਾਂ ਮਹਾਨ ਸੱਚਾਈਆਂ ਦੇ ਰਾਹੀਂ ਜਿਹੜਾ ਸੰਸਾਰ ਤੋਂ ਜਿਹੜਾ ਵਿਅਕਤੀ ਨੂੰ ਮੁਕਤੀ ਪ੍ਰਾਪਤ ਕਰਨ ਦਾ ਰਾਹ ਅੱਗੇ ਚੱਲ ਕੇ ਉਹਨਾਂ ਨੇ ਦੱਸਿਆ ਹੈਗਾ ਹੈ। ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਜਿਹੜਾ ਮਹਾਤਮਾ ਬੁੱਧ ਮੰਨਣਾ ਹੈ ਕਿ ਸੰਸਾਰ ਜੋ ਹੈ ਉਹ ਦੁੱਖਾਂ ਦਾ ਘਰ ਹੈਗਾ ਹੈ। ਤੇ ਸੈਕਿੰਡ ਤੇ ਉਹਨਾਂ ਨੇ ਗੱਲ ਕੀਤੀ ਹੈ ਜਿਹੜਾ ਦੁੱਖਾਂ ਦਾ ਕਾਰਨ ਆਪਣੇ ਜਿਹੜੀਆਂ ਇੱਛਾਵਾਂ ਹੁੰਦੀਆਂ ਨੇ ਉਹੀ ਜਿਹੜਾ ਆਪਣੇ ਦੁੱਖਾਂ ਦਾ ਕਾਰਨ ਹੁੰਦੀਆਂ ਨੇ। ਤੇ ਇਹਨਾਂ ਇੱਛਾਵਾਂ ਦੇ ਉੱਪਰ ਕਾਬੂ ਪਾ ਕੇ ਜਿਹੜਾ ਦੁੱਖਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਤੇ ਇਹਨਾਂ ਇੱਛਾਵਾਂ ਦਾ ਦਮਨ ਕਰਨ ਦੇ ਲਈ ਜਿਹੜਾ ਅਸ਼ਟਮਾਰਗ ਹੈਗਾ ਹੈ ਤੇ ਅਸ਼ਟਮਾਰਗ ਦੇ ਵਿੱਚ ਆਪਾਂ ਦੇਖਾਂਗੇ ਕਿ ਕੀ ਸ਼ਾਮਿਲ ਹੈਗਾ ਹੈ। ਇਹਦੇ ਵਿੱਚ ਸਭ ਤੋਂ ਪਹਿਲਾਂ ਸੱਚੀ ਦ੍ਰਿਸ਼ਟੀ ਹੈਗੀ ਹੈ ਤੇ ਉਸ ਤੋਂ ਬਾਅਦ ਸੱਚਾ ਸੰਕਲਪ, ਸੱਚਾ ਵਚਨ, ਸੱਚਾ ਕਰਮ, ਸੱਚਾ ਰਹਿਣ ਸਹਿਣ, ਸੱਚਾ ਯਤਨ, ਸੱਚੀ ਸਮ੍ਰਿਤੀ ਤੇ ਸੱਚਾ ਧਿਆਨ। ਇਹਦੇ ਵਿੱਚ ਜਿਹੜੇ 8 ਜਿਹੜੇ ਹੈਗੇ ਨੇ ਸੰਕਲਪ ਉਹ ਐਡ ਕੀਤੇ ਗਏ ਨੇ। ਤੇ ਇਹਨਾਂ ਤੇ ਚੱਲ ਕੇ ਜਿਹੜਾ ਸਦਾਚਾਰਕ ਜੀਵਨ ਜਿਹੜਾ ਬਚਾ ਸਕਦੇ ਆ ਤੇ ਦੁੱਖਾਂ ਤੋਂ ਜਿਹੜਾ ਛੁਟਕਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ ਜਾਂ ਫਿਰ ਨਿਰਵਾਣ ਜਾਂ ਜਿਸ ਨੂੰ ਗਿਆਨ ਬੋਲਿਆ ਜਾਂਦਾ ਹੈ ਇਹਦੀ ਪ੍ਰਾਪਤੀ ਕੀਤੀ ਜਾ ਸਕਦੀ ਹੈਗੀ ਹੈ। ਤੇ ਇਸ ਦੇ ਚੱਲਦੇ ਜਿਹੜਾ ਜੀਵਨ ਤੇ ਮੌਤ ਦੇ ਚੱਕਰ ਤੋਂ ਛੁਟਕਾਰਾ ਵੀ ਪਾਇਆ ਜਾ ਸਕਦਾ ਹੈ। ਬੁੱਧਿਜ਼ਮ ਦੇ ਵਿੱਚ ਜਿਹੜੇ ਮਾਰਗ ਨੂੰ ਅਪਣਾਇਆ ਗਿਆ ਉਸ ਨੂੰ ਮੱਧ ਮਾਰਗ ਬੋਲਿਆ ਜਾਂਦਾ ਹੈ। ਤੇ ਇਹਦੇ ਵਿੱਚ ਇਸ ਦਾ ਮਤਲਬ ਇਹੀ ਹੈਗਾ ਹੈ ਕਿ ਜਾਂ ਜਿਹੜਾ ਵਿਅਕਤੀ ਹੈਗਾ ਹੈ ਉਹਨੂੰ ਨਾ ਤਾਂ ਜ਼ਿਆਦਾ ਕਠੋਰ ਤਪੱਸਿਆ ਕਰਨੀ ਚਾਹੀਦੀ ਹੈ ਤੇ ਨਾ ਹੀ ਜਿਹੜੀਆਂ
ਸੰਸਾਰਿਕ ਵਾਸ਼ਨਾਵਾਂ ਹੈਗੀਆਂ ਨੇ ਉਹਦੇ ਵਿੱਚ ਵਿਲੀਨ ਹੋਣਾ ਚਾਹੀਦਾ ਹੈ, ਤੇ ਇਹਨਾਂ ਤੋਂ ਦੋਵਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਜਿਹੜਾ ਵਿਅਕਤੀ ਹੈਗਾ ਏ ਉਹ ਜਿਹੜਾ ਗਿਆਨ ਦੀ ਪ੍ਰਾਪਤੀ ਕਰ ਸਕਦਾ ਹੈਗਾ ਏ, ਤੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਉਹਨੂੰ ਮੁਕਤੀ ਪ੍ਰਾਪਤ ਹੋ ਸਕਦੀ ਹੈ, ਜਾਂ ਫਿਰ ਇਹਦੇ ਲਈ ਜਿਹੜਾ ਨਿਰਵਾਣ ਸ਼ਬਦ ਵਰਤਿਆ ਗਿਆ ਹੈ ਉਹ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਤੇ ਉਹਨਾਂ ਨੇ ਜਿਹੜਾ ਇੱਕ ਬੋਧੀ ਸੰਘ ਦੀ ਸਥਾਪਨਾ ਕੀਤੀ ਮਹਾਤਮਾ ਬੁੱਧ ਨੇ, ਤੇ ਜਿਹੜਾ ਕਿ ਬੋਧੀ ਜਿਹੜੇ ਭਿਕਸ਼ੂ ਹੋਏ ਨੇ ਉਹਨਾਂ ਲਈ ਸਰਵਉੱਚ ਸੰਸਥਾ ਜਿਹੜੀ ਬਣ ਕੇ ਉਹ ਸਾਹਮਣੇ ਆਉਂਦੀ ਹੈਗੀ ਹੈ। ਤੇ ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਜਿਹੜੇ ਸਾਰੇ ਭਿਕਸ਼ੂ ਤੇ ਜਿਹੜੇ ਭਿਕਸ਼ੂ ਉਹ ਇਸ ਬੋਧੀ ਸੰਘ ਦੇ ਜਿਹੜੇ ਮੈਂਬਰ ਹੁੰਦੇ ਸੀਗੇ, ਇਹਦੇ ਵਿੱਚ ਭਿਕਸ਼ੂ ਤੇ ਭਿਕਸ਼ੂਣੀਆਂ ਦੋਨੇ ਹੀ ਜਿਹੜੇ ਸ਼ਾਮਿਲ ਹੁੰਦੇ ਸੀਗੇ। ਤੇ ਜਿਹੜੇ ਜੋ ਲੋਕ ਭਿਕਸ਼ੂ ਨਹੀਂ ਸੀ ਬਣ ਸਕਦੇ ਉਹਨਾਂ ਲਈ ਜਿਹੜਾ ਉਪਾਸ਼ਕ ਸ਼ਬਦ ਦੀ ਵਰਤੋਂ ਕੀਤੀ ਜਾਂਦੀ, ਜਿਹੜੇ ਕਿ ਆਪਣੇ ਜਿਹੜਾ ਗ੍ਰਹਿ ਦਾ ਤਿਆਗ ਜਾਂ ਜਿਹਨੂੰ ਬੋਲਦੇ ਆਪਾਂ ਘਰ ਦਾ ਤਿਆਗ ਨਹੀਂ ਕਰਨਾ ਹੁੰਦਾ ਸੀਗਾ, ਜਿਹੜੇ ਕਿ ਗ੍ਰਹਿਸਥ ਜੀਵਨ ਵਿੱਚ ਰਹਿੰਦੇ ਹੋਏ ਵੀ ਜਿਹੜਾ ਬੁੱਧ ਧਰਮ ਨੂੰ ਅਪਣਾ ਸਕਦੇ ਸੀਗੇ। ਬੁੱਧ ਧਰਮ ਦੇ ਜਿਹੜੇ ਜੀਵਨ ਵਿੱਚ ਬਹੁਤ ਸਾਰੀਆਂ ਜਿਹੜੇ ਨੈਤਿਕ ਗੱਲਾਂ ਦੀ ਸਿੱਖਿਆ ਵੀ ਦਿੱਤੀ, ਜਿਵੇਂ ਕਿ ਜਿਹੜਾ ਕਿਸੇ ਨੂੰ ਨਾ ਮਾਰਨਾ, ਕਹਿਣ ਤੋਂ ਭਾਵ ਜਿਹੜਾ ਅਹਿੰਸਾ। ਇਸ ਤੋਂ ਅੱਗੇ ਚੱਲ ਕੇ ਜਿਹੜਾ ਸੱਚ ਬੋਲਣਾ, ਨਸ਼ੀਲੀਆਂ ਵਸਤਾਂ ਦੀ ਵਰਤੋਂ ਨਾ ਕਰਨਾ, ਧਨ ਨਾ ਲੈਣਾ, ਨਾ ਰੱਖਣਾ, ਸਮੇਂ ਸਿਰ ਜਿਹੜਾ ਭੋਜਨ ਕਰਨਾ, ਪਰਾਈ ਸੰਪत्ति ਉੱਪਰ ਜਿਹੜਾ ਨਜ਼ਰ ਨਾ ਰੱਖਣਾ, ਇਹ ਜਿਹੜੀਆਂ ਬੁੱਧ ਧਰਮ ਦੀਆਂ ਜਿਹੜੀਆਂ ਸਿੱਖਿਆਵਾਂ ਹੈਗੀਆਂ ਨੇ। ਤੇ ਇਹਦੇ ਵਿੱਚ ਇਹਨਾਂ ਜਿਹੜੇ ਗ੍ਰੰਥ ਹੈਗੇ ਨੇ ਜਿਹਨਾਂ ਦੀ ਆਪਾਂ ਗੱਲ ਕਰਾਂਗੇ, ਇਹਦੇ ਵਿੱਚ 3 ਮੁੱਖ ਗ੍ਰੰਥ ਹੈਗੇ ਨੇ, ਜਿਹੜੇ ਗ੍ਰੰਥ ਨੇ ਇਹਨਾਂ ਲਈ ਤ੍ਰਿਪਿਟਕ ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਕਹਿਣ ਤੋਂ ਭਾਵ ਕਿ ਪਿਟਾਰਾ, ਜਿਸ ਦੇ ਵਿੱਚ ਜਿੰਨੀਆਂ ਵੀ ਮਹਾਤਮਾ ਬੁੱਧ ਨਾਲ ਸੰਬੰਧਿਤ ਜਾਂ ਉਹਨਾਂ ਦੁਆਰਾ ਦਿੱਤੀਆਂ ਗਈਆਂ ਸਿੱਖਿਆਵਾਂ ਹੈਗੀਆਂ ਨੇ ਉਹਨਾਂ ਨੂੰ ਇਹਦੇ ਵਿੱਚ ਮਤਲਬ ਪਾ ਕੇ ਰੱਖਿਆ ਗਿਆ ਹੈ, ਕਹਿਣ ਤੋਂ ਭਾਵ ਕਿ ਇੱਕ ਪਿਟਾਰੇ ਦੇ ਤੌਰ 'ਤੇ ਇਹਨਾਂ ਨੂੰ ਵਰਤਿਆ ਜਾਂਦਾ ਹੈ, ਤੇ ਇਹਨਾਂ ਦੇ ਲਈ ਤ੍ਰਿਪਿਟਕ ਸ਼ਬਦ ਦੀ ਵਰਤੋਂ ਕੀਤੀ ਗਈ। ਤੇ ਜਿਹੜੇ 3 ਹੈਗੇ ਨੇ ਇਹਨਾਂ ਦੀ ਜਿਹੜੀ ਰਚਨਾ ਹੈਗੀ ਉਹ ਮਹਾਤਮਾ ਬੁੱਧ ਦੇ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਮੌਤ ਤੋਂ ਬਾਅਦ ਹੋਈ ਹੈਗੀ ਹੈ। ਤੇ ਜਿਹੜਾ ਇਹਨਾਂ ਨੂੰ ਇਹਨਾਂ ਦੇ ਇੱਕ ਕਜ਼ਨ ਹੋਏ ਨੇ ਮਹਾਤਮਾ ਬੁੱਧ ਦੇ ਆਨੰਦ, ਉਹਨਾਂ ਨੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਸਭ ਤੋਂ ਪ੍ਰਿਯ ਸ਼ਿਸ਼ ਜਿਹਨੂੰ ਬੋਲਿਆ ਜਾਂਦਾ ਹੈ, ਤੇ ਉਹਨਾਂ ਨੇ ਇਹਨਾਂ ਜਿਹੜੀ ਗ੍ਰੰਥਾਂ ਦੀ ਰਚਨਾ ਕਰਨ ਦੇ ਵਿੱਚ ਮਦਦ ਕੀਤੀ ਸੀਗੀ। ਤੇ ਇਹ ਜਿਹੜੇ ਗ੍ਰੰਥ ਹੈਗੇ ਨੇ ਇਹਨਾਂ ਦੇ ਵਿੱਚ ਵਿਨੈ ਪਿਟਕ, ਅਭਿਧਮ ਪਿਟਕ ਤੇ ਸੁੱਤ ਪਿਟਕ ਹੈਗੇ ਨੇ। ਜਿਹੜੇ ਸੁੱਤ ਪਿਟਕ ਤੇ ਅਭਿਧਮ ਪਿਟਕ ਜਿਹੜੇ ਸੁੱਤ ਪਿਟਕ ਤੇ ਵਿਨੈ ਪਿਟਕ ਹੈਗੇ ਨੇ ਉਹ ਪਹਿਲਾਂ ਲਿਖੇ ਗਏ ਸੀਗੇ, ਤੇ ਉਸ ਤੋਂ ਬਾਅਦ ਜਿਹੜੇ ਜੇ ਇਹਦੀ ਗੱਲ ਕਰੀਏ ਤਾਂ ਇਹ ਪਹਿਲੀ ਜਿਹੜੀ ਮਹਾਬੋਧ ਸਭਾ ਹੋਈ ਸੀ ਉਹਦੇ ਵਿੱਚ ਇਹਨਾਂ ਦੀ ਰਚਨਾ ਕੀਤੀ ਗਈ ਸੀ। ਤੇ ਜਿਹੜਾ ਤੀਸਰਾ ਵਾਲਾ ਗ੍ਰੰਥ ਹੈਗਾ ਏ ਅਭਿਧਮ ਪਿਟਕ, ਉਹਦੀ ਰਚਨਾ ਜਿਹੜੀਆਂ ਅਗਲੀਆਂ ਜਿਹੜੀਆਂ ਸਭਾਵਾਂ ਹੋਈਆਂ ਨੇ ਉਹਨਾਂ ਦੇ ਵਿੱਚ ਇਹਦੀ ਰਚਨਾ ਕੀਤੀ ਗਈ ਸੀ। ਤੇ ਮਹਾਤਮਾ ਬੁੱਧ ਦੀ ਇਹਦੇ ਜੇ ਆਪਾਂ ਧਰਮ ਦੇ ਪ੍ਰਚਾਰ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਮਹਾਤਮਾ ਬੁੱਧ ਦੀ ਮੌਤ ਤੋਂ ਪਿੱਛੇ ਜਿਹੜਾ ਇਸ ਧਰਮ ਦਾ ਜਿਹੜਾ ਪ੍ਰਚਾਰ ਬਹੁਤ ਦੂਰ ਤੱਕ ਮਤਲਬ ਜਲਦੀ ਜਿਹੜਾ ਫੈਲਣਾ ਸ਼ੁਰੂ ਹੋ ਗਿਆ ਸੀ। ਮਹਾਰਾਜਿਆਂ ਨੇ ਜਿਹੜਾ ਇਸ ਧਰਮ ਨੂੰ ਅਪਣਾਇਆ, ਜਿਵੇਂ ਕਿ ਆਪਾਂ ਅਸ਼ੋਕ ਦੀ ਗੱਲ ਕੀਤੀ ਸੀਗੀ, ਤੇ ਇਹਦੇ ਵਿੱਚ ਜਿਹੜਾ ਅਸ਼ੋਕ, ਕਨਿਸ਼ਕ, ਹਰਸ਼ਵਰਧਨ ਜਿਹੜੇ ਵਰਗੇ ਰਾਜੇ ਹੋਏ ਨੇ, ਜਿਹੜੇ ਮਹਾਨ ਉਸ ਟਾਈਮ ਦੇ ਰਾਜੇ ਸੀਗੇ, ਉਹਨਾਂ ਨੇ ਵੀ ਇਸ ਧਰਮ ਨੂੰ ਅਪਣਾਇਆ। ਤੇ ਇਸ ਦੇ ਵਿੱਚ ਆਪਾਂ ਦੇਖਾਂਗੇ ਜਿਹੜੇ ਇਹਨਾਂ ਦੇ ਪ੍ਰਚਾਰਕ ਸੀਗੇ ਧਰਮ ਦੇ, ਅਸ਼ੋਕ ਦੇ ਦੁਆਰਾ ਵਿਦੇਸ਼ਾਂ ਵਿੱਚ ਵੀ ਉਹਨਾਂ ਨੂੰ ਭੇਜਿਆ ਗਿਆ। ਤੇ ਜਿਹੜੇ ਉਹਨਾਂ ਦੇ ਯਤਨਾਂ ਦੇ ਨਾਲ ਜਿਹੜਾ ਬੌਧ ਧਰਮ ਹੈਗਾ ਉਹ ਚੀਨ, ਮਿਆਂਮਾਰ ਜਿਸ ਨੂੰ ਬਰਮਾ ਬੋਲਿਆ ਜਾਂਦਾ ਹੈ, ਸ਼੍ਰੀਲੰਕਾ, ਮੱਧ ਏਸ਼ੀਆ ਤੇ ਦੱਖਣ ਪੂਰਬੀ ਏਸ਼ੀਆ ਦੇ ਵਿੱਚ ਵੀ ਜਿਹੜਾ ਇਹ ਧਰਮ ਦਾ ਪ੍ਰਚਾਰ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਤੇ ਕੁਸ਼ਾਣ ਕਾਲ ਦੇ ਟਾਈਮ ਤੇ ਜਿਹੜਾ ਇਹ ਧਰਮ ਹੈਗਾ ਇਹ 2 ਜਿਹੜੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ, ਮਹਾਯਾਨ ਤੇ ਹੀਨਯਾਨ। ਹੀਨਯਾਨ ਵਾਲੇ ਜਿਹੜੇ ਲੋਕ ਹੈਗੇ ਨੇ ਇਹ ਜਿਹੜੇ ਮਹਾਤਮਾ ਬੁੱਧ ਨੂੰ ਹੀ ਜਿਹੜਾ ਆਪਣਾ ਮਤਲਬ ਮਹਾਨ ਵਿਅਕਤੀ ਦੇ ਤੌਰ ਤੇ ਪੂਜਾ ਕਰਦੇ ਨੇ, ਤੇ ਜਿਹੜੇ ਹੀਨਯਾਨ ਵਾਲੇ ਨੇ ਜਿਹੜੇ ਇਹ ਮਹਾਤਮਾ ਬੁੱਧ ਨੂੰ ਹੀ ਮਹਾਨ ਵਿਅਕਤੀ ਦੇ ਰੂਪ ਵਿੱਚ ਮੰਨਦੇ ਨੇ, ਤੇ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਹੈਗੀਆਂ ਨੇ ਉਹਨਾਂ ਦਾ ਪਾਲਣ ਕਰਦੇ ਨੇ। ਤੇ ਜੇ ਮਹਾਯਾਨ ਦੀ ਗੱਲ ਕਰੀਏ ਤਾਂ ਇਹ ਜਿਹੜਾ ਅੱਗੇ ਚੱਲ ਕੇ ਧਰਮ ਦੇ ਵਿੱਚ ਜਿਵੇਂ ਜਿਵੇਂ ਪਰਿਵਰਤਨ ਆਉਂਦੇ ਗਏ, ਤੇ ਜਿਹੜੇ ਲੋਕ ਹੈਗੇ ਨੇ ਇਹਨਾਂ ਨੇ ਮਹਾਤਮਾ ਬੁੱਧ ਨੂੰ ਇੱਕ ਦੇਵਤਾ ਦੇ ਰੂਪ ਵਿੱਚ ਮੰਨ ਲਿਆ, ਤੇ ਇਹਦੇ ਵਿੱਚ ਜਿਹੜਾ ਅੱਗੇ ਚੱਲ ਕੇ ਜਿਹੜਾ ਮੂਰਤੀ ਪੂਜਾ ਆਪਾਂ ਨੂੰ ਜਿਹੜਾ ਬੁੱਧ ਧਰਮ ਦੇ ਵਿੱਚ ਦੇਖਣ ਨੂੰ ਮਿਲਦੀ ਹੈਗੀ ਹੈ। ਹੀਨਯਾਨ ਦੇ ਅਨੁਆਈ ਹੈਗੇ ਨੇ ਜਿਹੜਾ ਮਹਾਤਮਾ ਬੁੱਧ ਨੂੰ ਇੱਕ ਮਹਾਨ ਸਿੱਖਿਅਕ ਮੰਨਦੇ ਨੇਗੇ, ਤੇ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਦੀ ਪਾਲਣਾ ਕਰਦੇ ਨੇ। ਤੇ ਇਹਦੇ ਨਾਲ ਹੀ ਜਿਹੜੀ ਇਹ ਵੀਡੀਓ ਹੈਗੀ ਹੈ ਇੱਥੇ ਹੀ ਸਮਾਪਤ ਹੁੰਦੀ ਹੈ। ਉਮੀਦ ਹੈ ਤੁਹਾਨੂੰ ਜਿਹੜੀ ਵੀਡੀਓ ਪਸੰਦ ਆਈ ਹੋਵੇਗੀ। ਬਹੁਤ ਬਹੁਤ ਧੰਨਵਾਦ।